सतनाम श्री वाहिगुरु साहिब जियो। काहू को भरोसो है जमीन को जमाने बीच, काहू को भरोसो जोर चाकरी जहाज पे, काहू को भरोसो भारी शाह पातशाह मीत, काहू को भरोसो कुटुंबी करे काज पे, काहू को भरोसो देव बानी आर पारसी पे, काहू को भरोसो संत गिरी की मजाज पे, काहू को भरोसो चार चातरी चलाकी चोख, काहू को भरोसो चार चातरी चलाकी चोख, मोको तो भरोसो एक ग्रंथ महाराज पे, मोको तो भरोसो एक ग्रंथ महाराज पे, ज़ारा ज़हूर हाजरा हजूर चबर शतर तख्त दा मालक, जुगो जुग अटल, धन 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 श्री गुरु ग्रंथ साहिब महाराज पातशाह जी, जिन्हां दी पावन मुकद्दस हजूरी दे विच आप सरबत संगत बड़े श्रद्धा भाव दे नाल धन श्री गुरु ग्रंथ साहिब महाराज पातशाह जी का पहला प्रकाश गुरपुरब मना रहे। सब तो पहला आप सारिया संगतां नूं गुरु ग्रंथ साहिब महाराज पातशाह जी दे पहले प्रकाश गुरपुरब दियां लख लख वधाइयां होवन, क्योंकि जगत के अंदर साध संगत ऐसा कोई गुरु नहीं जो सदीवी है, ऐसा कोई ग्रंथ नहीं जिस ग्रंथ नूं गुरु पदवी हासिल हुई हो, ते ऐसा कोई दुनिया के अंदर ग्रंथ नहीं जिस ग्रंथ के अंदर साध संगत समाजिक राजनीतिक आर्थिक तौर ते जान साध संगत धार्मिक तौर ते कोई पक्ष पेश किया हो। पर जो गुरु ग्रंथ साहिब महाराज जी के आपां दर्शन करते हैं तो गुरु प्यारो समाजिक तौर पर भी सतगुरु महाराज जी ने सानू जिउणा सिखाया, राजनीतिक पद्धर दियां भी गिरावटां साडे सामने रखियां,
ਸਤਿਗੁਰੂ ਮਹਾਰਾਜ ਜੀ ਨੇ ਆਰਥਿਕ ਤੌਰ ਤੇ ਵੀ ਸਾਨੂੰ ਸੁੱਖ ਤੇ ਦੁੱਖ ਦੇ ਵਿੱਚ ਇਸ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਜਿਉਣ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਰਾਹੀਂ ਸਮਝਾਇਆ ਹੈ। ਤੇ ਜਦੋਂ ਧਾਰਮਿਕ ਪੱਖ ਦੀ ਕਰੀਏ ਗੱਲ ਤੇ ਸਾਧ ਸੰਗਤ ਇਸ ਦੁਨੀਆ ਦੇ ਅੰਦਰ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਬਾਣੀ ਦੀ ਬਰਾਬਰਤਾਈ ਕਿਸੇ ਦੁਨੀਆ ਦੇ ਹੋਰ ਵਿਚਾਰ ਜਾਂ ਕਵਿਤਾ ਜਾਂ ਕਿਸੇ ਹੋਰ ਕਾਵ ਰਚਨਾ ਦੇ ਨਾਲ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਐਸੀ ਕਿਰਪਾ ਐਸੀ ਰਹਿਮਤ ਸਾਡੇ ਉੱਪਰ ਕੀਤੀ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਆਪਾਂ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਆਓ ਜਿਤਨਾ ਕੁ ਸਮਾਂ ਹੁਕਮ ਹੋਇਆ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਰਮਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਉਂਦਿਆਂ ਰਸਨਾ ਨੂੰ ਪਵਿੱਤਰ ਕਰੋ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਲਗਭਗ 1860 ਈਸਵੀ ਦੀ ਇੱਕ ਘਟਨਾ ਹੈ। ਇੱਕ ਪੋਲੈਂਡ ਦਾ ਅੰਗਰੇਜ਼ ਲੜਕਾ, ਨੌਜਵਾਨ ਲੜਕਾ ਇੰਡੀਅਨ ਹਾਈ ਕਮਿਸ਼ਨ ਪਾਸ ਕਰਕੇ ਤੇ ਭਾਰਤ ਦੇਸ਼ ਇਸ ਇੰਡੀਆ ਦੇ ਵਿੱਚ ਨੌਕਰੀ ਕਰਨ ਆਇਆ। ਜਦੋਂ ਉਹ ਲਾਹੌਰ ਪਹੁੰਚਿਆ, ਲਾਹੌਰ ਉਹਦੀ ਸਾਧ ਸੰਗਤ ਪੋਸਟਿੰਗ ਹੋਈ ਹੈ। ਲਾਹੌਰ ਜਾ ਕੇ ਉਹਨੇ ਆਪਣਾ ਅਹੁਦਾ ਸਾਂਭਣਾ ਤੇ ਉਸ ਵਕਤ ਜਦੋਂ ਉਹ ਟ੍ਰੇਨ ਦੇ ਰਾਹੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਟੇਸ਼ਨ ਤੇ ਪੁੱਜਿਆ ਨਾ, ਤੇ ਅੰਮ੍ਰਿਤਸਰ ਸਾਹਿਬ ਸਟੇਸ਼ਨ ਦਾ ਨਾਮ ਪੜ੍ਹ ਕੇ ਤੇ ਉਹਦੇ ਮਨ ਦੇ ਵਿੱਚ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਦਾ ਖਿਆਲ ਆਇਆ। ਕਿਉਂਕਿ ਦੇਸ਼ ਦੁਨੀਆ ਦੇ ਅੰਦਰ ਸਾਧ ਸੰਗਤ ਪਾਵਨ ਸ਼੍ਰੀ ਹਰਿਮੰਦਰ ਸਾਹਿਬ, ਪਾਵਨ ਦਰਬਾਰ ਸਾਹਿਬ ਦੀ ਪ੍ਰਸਿੱਧੀ ਹੈ। ਐਸਾ ਕੋਈ ਸਥਾਨ ਨਹੀਂ ਇਸ ਸੰਸਾਰ ਦੇ ਅੰਦਰ ਜਿਹਦੀ ਬਰਾਬਰਤਾ ਇਸ ਮੇਰੇ ਸਤਿਗੁਰੂ ਮਹਾਰਾਜ ਜੀ ਦੇ ਦਰ ਦੇ ਨਾਲ ਕੀਤੀ ਜਾ ਸਕੇ। ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਸ ਪਾਵਨ ਦਰ ਦੇ ਦਰਸ਼ਨ ਕਰਨ ਵਾਸਤੇ ਇਹ ਅੰਮ੍ਰਿਤਸਰ ਸਟੇਸ਼ਨ ਤੇ ਉਤਰਿਆ। ਇਹ ਪੋਲਿਸ਼ ਮੁੰਡਾ, ਅੰਗਰੇਜ਼ ਮੁੰਡਾ, ਜਦੋਂ ਉਸ ਵਕਤ ਨੌਜਵਾਨ ਹੈ, ਉਸ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਕੁਝ ਸਮਾਂ ਕੀਰਤਨ ਸੁਣਿਆ, ਗੁਰਸਿੱਖਾਂ ਦੇ, ਗੁਰੂ ਪਿਆਰਿਆਂ ਦੇ ਸੇਵਾ ਭਾਵ ਨੂੰ ਵੇਖਿਆ ਵੀ ਸੇਵਾ ਕਰਦੀਆਂ ਸੰਗਤਾਂ, ਬੜੇ ਭਾਵਨਾ ਨਾਲ ਬਾਣੀ ਪੜ੍ਹਦੀਆਂ ਸੰਗਤਾਂ, ਹਰ ਇੱਕ ਨਾਲ ਪ੍ਰੇਮ ਭਾਵ ਦੇ ਨਾਲ, ਸਤਿਕਾਰ ਦੇ ਨਾਲ ਗੁਰਸਿੱਖਾਂ ਨੇ ਬੋਲਣਾ, ਜੀ ਆਇਓ ਕਹਿਣਾ। ਤੇ ਇਹਦੇ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਦਰ ਦੀ ਇਹ ਗੱਲ ਘਰ ਕਰ ਗਈ ਕਿ ਇਸ ਧਰਮ ਦੇ ਲੋਕਾਂ ਦੇ ਅੰਦਰ ਸ਼ਰਧਾ ਬੜੀ ਹੈ। ਇਹ ਆਏ ਹੋਏ ਕਿਸੇ ਵੀ ਦੂਜੇ ਧਰਮ ਦੇ ਵਿਅਕਤੀ ਨੂੰ ਪਿਆਰ ਬਹੁਤ ਕਰਦੇ ਆ, ਉਹਦਾ ਸਤਿਕਾਰ ਬਹੁਤ ਕਰਦੇ। ਤੇ ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਕਿ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਇਸ ਫਲਸਫੇ ਨੂੰ ਸਮਝਿਆ, ਗੁਰਬਾਣੀ ਨੂੰ ਜਾਣਿਆ, ਸੇਵਾ ਭਾਵ ਨੂੰ ਸਮਝਿਆ, ਤੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਸੱਚਮੁੱਚ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਹ ਅੰਮ੍ਰਿਤਮਈ ਬਾਣੀ ਵਸ ਗਈ ਤੇ ਉਹਨਾਂ ਦੇ ਜੀਵਨ ਤਬਦੀਲ ਹੋ ਗਏ। ਆਪਾਂ ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ। ਪਹਿਲਾ ਨਾਮ ਰਾਮ ਜੀ ਦਾਸ ਹੈ, ਹਿੰਦੂ ਧਰਮ ਵਿੱਚ ਜਨਮ ਹੋਇਆ। ਇੱਕ ਗੁਰਦੁਆਰਾ ਸਾਹਿਬ ਵਿਖੇ, ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਦੀ ਧਰਤੀ ਤੇ ਪਹਿਲੀ ਵੇਰਾ ਜਦੋਂ ਰਾਤ ਹੋ ਗਈ ਤੇ ਰਾਤ ਨੂੰ ਜਾ ਕੇ ਲੰਗਰ ਪ੍ਰਸ਼ਾਦਾ ਮੰਗਿਆ। ਸਵੇਰ ਹੋਈ, ਸੰਗਤਾਂ ਨੂੰ ਸੇਵਾ ਕਰਦਿਆਂ ਵੇਖਿਆ ਤੇ ਉਥੋਂ ਦੇ ਸੰਗਤਾਂ ਦੇ ਪ੍ਰੇਮ ਭਾਵ ਨੇ ਇਹੋ ਜਿਹਾ ਡੂੰਘਾ ਅਸਰ ਕੀਤਾ ਸੀ
कि वो बच्चा राम दी दास जिहड़ा अपने 10वीं दे इम्तिहान लुधियाने नगर दे विच देण गया सी, एक रात गुरु घर दे विच गुजारी ते उहदे जीवन ने पलटा खाधा, वो भगत पूरन सिंह बन गया। ये गुरु घर की किरपा है। ते साध संगत ये जिहड़ा पॉलिश लड़का है ना, ये जदों लाहौर पहुंचा सतगुरु महाराज जी के दर के दीदार करके दर्शन करके श्री दरबार साहिब ते ये हर रोज़ ही अपने चेते दे विच उथों दियां संगतां दा सेवा भाव, उथों दियां संगतां दा प्यार सत्कार, उत्थे पढ़ी जा रही बाणी, ये सारा दृश्य चेता करया कर। 30 साल इन्हें इंडियन हाई कमीशन विच नौकरी की ते 1890 दे विच इन्हें अस्तीफा दे दिता। 1890 दे विच जदों अस्तीफा दिता तो गुरु प्यारे 1890 दे विच अस्तीफा देण तो उपरंत ये लड़का फिर भाई कान सिंह नाभा का शागिर्द बन गया। हुण भाई कान सिंह नाभा जी कौन ने? जिन्हां ने साध संगत महान कोश लिखिया। 9 साल भाई कान सिंह नाभा का शागिर्द बन के गुरमुखी पढ़ी, गुरु ग्रंथ साहिब जी की सारी संथ्या की, गुर इतिहास सारा ही पंजाबी भाषा विच इन्हें पढ़िया। ते कमाल की गल 1899 की खालसा साजना दिवस वाले दिन श्री अकाल तख्त साहिब के सामने खड़ के माइक ते इस लड़के ने पंजाबी भाषा दे विच समुचे खालसा पंथ नूं संबोधन किया। देखो किरपा सतगुरु महाराज जी, इस दर की दया है, इस दर की कृपा है। ते 1899 की खालसा पंथ की विसाखी नूं खालसा पंथ की साजना वाले दिन खड़ा होकर श्री अकाल तख्त के सामने माइक के ऊपर एक पॉलिश लड़का जिसका नाम अंग्रेजी इतिहासकार मैकालफ है, इन्हें बड़ियां लिखतां गुरु इतिहास के ऊपर लिखियां ते सच्चियां लिखतां साध संगत। ते ये माइक के सामने खड़ के कहन लगा, कहंदा गुरसिखो बड़ी वड्डी दात गुरु अर्जन देव महाराज पातशाह जी पंथ की झोली विच पा के गए। इन्हें आख्या भी दुनिया के अंदर बड़े अवतार बड़े पैगंबर होए। यूनान मुल्क का फिथोगोरस जिहदे साध संगत कई फार्मूले पढ़े जाते हैं, इत्थों तक कि इहो जिहियां भी गल्लां सुनने नूं मिलदियां भी जिथे खड़ के ये बोलदा सी ना ते हज़ारां ही लोग इहदे चेले बन जाते सन। पर इन्हें अपनी हयाती दे विच कोई एक अखर भी लिख के इस दुनिया की झोली दे विच नहीं पाया। इन्हें उत्थे बोलिया लैक्चर दे विच मकालिफ ने, मैं जो बेनती कर रहा समझना, उस अंग्रेज लड़के ने, उस पॉलिश लड़के ने साडे दिलों नूं टुंबदिया होया ये बेनती की भी गुरसिखो दुनिया के अंदर जीसस होए ने, मसीह होए ने, पैगंबर ने वो ईसाई धर्म दे, पर उन्होंने भी अपनी हयाती के अंदर कोई एक अखर, कोई विचार, कोई ऐसा शब्द जिहड़ा लिख के इस दुनिया नूं नहीं दिता। क्योंकि बाइबल या अंजील जिहड़ी है वो लगभग उन्होंने जीवन तो, उन्होंने इस संसार विच चलाने तो बाद लिखी गई है। 300 साल बाद लिखी गई। वो फिर लिखदा बोलदा, कहता महात्मा बुद्ध बड़े बड़े गुरु होए ने बोधियां दे, पर उन्होंने भी हयाती के अंदर भाव उन्होंने जन्म दे विच ही उन्होंने इस संसार दे विच विचरदियां होयां दे समय दे अंदर भी आपां कोई भी लिखत उन्होंने पढ़ी नहीं। साध संगत उन्होंने कोई लिखत अपने हथी नहीं लिखी, ना किसी कोलों नहीं लिखवाई। उन्हों तो बाद भावें उन्होंने चेलियां ने कई धर्म ग्रंथ लिखे ने। तो मुकालिफ कहन लगा श्री अकाल तख्त साहिब की स्टेज पर खड़ के उन्हें समुचे पंथ नूं साध संगत वंगार के आख्या भी गुरसिखो अजे भी तुहाडे कोल अवसर है, मौका है। गुरु अर्जन देव महाराज पातशाह जी ने श्री गुरु ग्रंथ साहिब महाराज अपनी हयाती दे विच लिखवाया, भाई गुरदास जी दे कोलों लिखवाया,
ਤੇ ਸੱਚ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਹੈ ਤੇ ਇਸ ਬਾਣੀ ਨੂੰ ਸਾਂਭ ਲਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਲੜ ਲੱਗ ਜਾਓ, ਕਿਤੇ ਤੁਹਾਡਾ ਵੀ ਪਾਰ ਉਤਾਰਾ ਹੋ ਜਾਏਗਾ। ਉਹਨੇ ਇਹ ਬਚਨ ਕਹੇ ਸਨ। ਅੱਜ ਸੱਚਮੁੱਚ ਹੀ ਸਾਧ ਸੰਗਤ, ਅੱਜ ਮੁਕੱਲਫ ਦੀਆਂ ਉਹ ਗੱਲਾਂ ਚੇਤੇ ਆਉਂਦੀਆਂ। ਉਹ ਲੜਕਾ ਜਿਹੜਾ ਗੁਰੂ ਦੇ ਦਰ ਦੇ ਦਰਸ਼ਨ ਦੀਦਾਰ ਕਰਕੇ ਇੱਕ ਵਾਰ ਬਾਣੀ ਸੁਣ ਕੇ ਤੇ ਸਾਧ ਸੰਗਤ ਉਹਦਾ ਜੀਵਨ ਹੀ ਐਸਾ ਪਲਟਾ ਖਾ ਗਿਆ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸਮੁੱਚੀ ਸੰਥਿਆ ਕੀਤੀ। ਅੱਜ ਸਾਧ ਸੰਗਤ ਸਾਡੇ ਕੋਲ ਤਾਂ ਬੜਾ ਵੱਡਾ ਖਜ਼ਾਨਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ, ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਵੀ ਹੁੰਦਾ ਖਜ਼ਾਨਾ ਤੇ ਗੁਰੂ ਪਿਆਰੋ, ਖਜ਼ਾਨੇ ਦੇ ਵਿੱਚ ਤਾਂ ਅਨੇਕਾਂ ਅਨਮੋਲ ਰਤਨ ਪਏ ਹੁੰਦੇ ਨੇ, ਹੀਰੇ ਜਵਾਹਰਾਤ ਪਏ ਹੁੰਦੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਖਜ਼ਾਨਾ ਆਖਿਆ ਤੇ ਪਿਓ ਦਾਦੇ ਦਾ ਖਜ਼ਾਨਾ ਕਹਿ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਬੋਧਨ ਕੀਤਾ। ਸੰਸਾਰਿਕ ਪਿਓ ਸਾਧ ਸੰਗਤ ਆਪਣੇ ਪੁੱਤ ਪੋਤਰਿਆਂ ਵਾਸਤੇ ਕੋਈ ਜਾਇਦਾਦ ਛੱਡ ਕੇ ਜਾਂਦਾ ਹੈ ਤੇ ਅਸੀਂ ਉਸ ਜਾਇਦਾਦ ਨੂੰ ਬੜਾ ਸਾਂਭ ਕੇ ਰੱਖਦੇ ਹਾਂ। ਆ ਮੇਰੇ ਦੀ ਦਾਦਾ ਜੀ ਦੀ ਨਿਸ਼ਾਨੀ ਹੈ, ਆ ਮੇਰੇ ਬਾਪੂ ਦੀ ਨਿਸ਼ਾਨੀ ਹੈ। ਪਰ ਸਾਧ ਸੰਗਤ, ਅੱਜ ਕਮਾਲ ਦੀ ਗੱਲ, ਅੱਜ ਮੇਰੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਿਸ ਨੂੰ ਪਿਓ ਦਾਦੇ ਦਾ ਖਜ਼ਾਨਾ ਆਖਿਆ, ਅੱਜ ਅਸੀਂ ਇੰਨੇ ਅਵੇਸਲੇ ਹੋ ਗਏ ਸਿੱਖ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਡੇ ਕੋਲ ਸਾਂਭੀ ਨਹੀਂ ਜਾ ਰਹੀ। ਇਹ ਖਜ਼ਾਨਾ ਸਾਡੇ ਕੋਲ ਸਾਂਭਿਆ ਨਹੀਂ ਜਾ ਰਿਹਾ। ਜੇ ਸਾਂਭਿਆ ਹੁੰਦਾ ਕਿ ਅੱਜ ਘਰ ਘਰ ਬਾਬਾ ਗਾਵੀ ਹੈ ਜਾਂ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਸੋਆ ਦੀਆਂ ਗੱਲਾਂ ਚੱਲਿਆ ਕਰਦੀਆਂ ਸਨ। ਤੇ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਮੈਂ ਜੋ ਬੇਨਤੀ ਕਰ ਲਵਾਂ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਖਜ਼ਾਨਾ ਬਖਸ਼ਿਸ਼ ਕੀਤਾ। ਅੱਜ ਉਹ ਇਤਿਹਾਸਿਕ ਦਿਖਾੜਾ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਦੀ ਵਿਚਾਰ ਜਦੋਂ ਬਣਾਈ ਤੇ ਉਹਦੇ ਗੁਰੂ ਪਿਆਰੇ ਤਿੰਨ ਕਾਰਨ ਬਣੇ ਸਨ। ਪਹਿਲਾ ਕਾਰਨ ਸੀ ਜਿਹੜਾ ਨਾਨਕ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਵਿੱਚ ਨਿਰਮਲ ਪੰਥ ਚਲਾਇਆ ਹੈ, ਉਸ ਪੰਥ ਦੀ ਸਾਧ ਸੰਗਤ ਅੱਗੇ ਬੜੋਤਰੀ ਵਾਸਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕੋਈ ਫੈਸਲਾ ਲੈਣਾ ਸੀ ਕਿ ਪੰਥ ਦਾ ਵਾਧਾ ਹੋਵੇ। ਕਿਉਂਕਿ ਧਰਮ ਦੀਆਂ ਬੁਨਿਆਦਾਂ ਸਾਧ ਸੰਗਤ ਪੰਥ ਦੇ ਵਾਧੇ ਦੇ ਨਾਲ ਹੀ ਚੱਲਦੀਆਂ। ਕੋਈ ਵੀ ਧਰਮ ਇਸ ਦੁਨੀਆ ਦੇ ਅੰਦਰ ਬੁਨਿਆਦਾਂ ਤੋਂ ਬਿਨਾਂ ਸਾਧ ਸੰਗਤ ਫੈਲ ਨਹੀਂ ਸਕਦਾ। ਤੇ ਪੰਥ ਦੀਆਂ ਸਿੱਖ ਧਰਮ ਦੀਆਂ ਬੁਨਿਆਦਾਂ ਕਿਹੜੀਆਂ? ਹਰ ਇੱਕ ਧਰਮ ਦੀ ਬੁਨਿਆਦ ਹੈ, ਪਹਿਲੀ ਗੱਲ ਉਸ ਧਰਮ ਦਾ ਪੈਗੰਬਰ ਅਵਤਾਰ, ਦੂਜਾ ਉਸ ਧਰਮ ਦੀ ਆਪਣੀ ਬੋਲੀ ਹੋਵੇ, ਤੀਜਾ ਉਸ ਧਰਮ ਦੇ ਕੋਲ ਆਪਣਾ ਕੇਂਦਰੀ ਸਥਾਨ ਹੋਵੇ, ਚੌਥਾ ਉਸ ਧਰਮ ਦਾ ਸਾਧ ਸੰਗਤ ਆਪਣਾ ਧਰਮ ਗ੍ਰੰਥ ਹੋ ਗਿਆ, ਤੇ ਪੰਜਵਾਂ ਉਸ ਧਰਮੀ ਲੋਕਾਂ ਦੀ, ਉਸ ਧਰਮ ਵਾਲੇ ਲੋਕਾਂ ਦੀ ਵੱਖਰੀ ਪਹਿਚਾਣ, ਵੱਖਰੀ ਦੇਖੋ। ਪੈਗੰਬਰ ਅਵਤਾਰ ਹਨ ਗੁਰੂ ਨਾਨਕ ਸਾਹਿਬ ਮਹਾਰਾਜ, ਬੋਲੀ ਜਾਂ ਲਿਪੀ ਹੈ ਗੁਰਮੁਖੀ ਭਾਸ਼ਾ। ਜਿਸ ਗੁਰਮੁਖੀ ਭਾਸ਼ਾ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪੜ੍ਹਨਾ ਸ਼ੁਰੂ ਕੀਤਾ, ਪੜ੍ਹਾਇਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁੱਲ ਸਾਧ ਸੰਗਤ ਜਿਤਨੀ ਵੀ ਬਾਣੀ ਹੈ ਉਹ 16 ਭਾਸ਼ਾਵਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਵੱਖ-ਵੱਖ ਭਗਤਾਂ ਵੱਲੋਂ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਵੇਂ ਹਿੰਦੀ ਭਾਸ਼ਾ ਵਿੱਚ ਬਾਣੀ ਉਚਾਰੀ, ਤੇ ਸਾਧ ਸੰਗਤ ਫਾਰਸੀ ਦੇ ਵਿੱਚ ਵੀ ਹੈ, ਸੰਸਕ੍ਰਿਤ ਵਿੱਚ ਵੀ ਹੈ। ਉਸ ਵਕਤ ਸੰਸਕ੍ਰਿਤ ਭਾਸ਼ਾ ਜੋ ਜਿਹੜੀ ਹੈ ਨਾ ਦੇਵ ਬਾਣੀ ਮੰਨਿਆ ਜਾਂਦਾ ਸੀ, ਬ੍ਰਹਮ ਦੀ ਬੋਲੀ ਜਿਹੜੀ ਹੈ ਉਹ ਸਿਰਫ ਸੰਸਕ੍ਰਿਤ ਹੈ। ਪਰ ਸਤਿਗੁਰੂ ਮਹਾਰਾਜ ਨੇ ਬਿਲਕੁਲ ਸੌਖੀ ਦੀ ਬੋਲੀ, ਸੌਖੀ ਦੀ ਭਾਸ਼ਾ ਸਾਨੂੰ ਪੜ੍ਹਨ ਵਾਸਤੇ ਬਖਸ਼ਿਸ਼ ਕਰ ਦਿੱਤੀ। ਹੁਣ ਬਾਣੀ ਪੜ੍ਹਨੀ ਕੋਈ ਔਖੀ ਨਹੀਂ ਹੈ, ਸਾਨੂੰ ਭਾਵੇਂ ਔਖੀ ਲੱਗਦੀ ਹੋਵੇ। ਕੋਈ ਅੰਮ੍ਰਿਤ ਛਕਦਾ ਹੈ, ਕੋਈ ਬਾਣੀ ਪੜ੍ਹਨੀ ਸ਼ੁਰੂ ਕਰਦਾ ਤੇ ਸਾਧ ਸੰਗਤ ਕਈ ਵਾਰ ਕਹਿ ਦਿੰਦੇ, ਕਹਿੰਦੇ ਜੀ ਬੜੀਆਂ ਗਲਤੀਆਂ ਹੁੰਦੀਆਂ। ਪਰ ਮੈਂ ਕਈ ਵਾਰ ਗੁਰੂ ਪਿਆਰੇ ਨੂੰ ਹੱਥ
जोड़ के बेनती करता होना कि बच्चा जो साध संगत को एक बार बोलना शुरू नहीं करता कि पहली बार ही वो अपनी जुबान को कह देता हो मां या बापू, जब उन्हें कोई चीज मंगनी होवे तो उस पदार्थ या उस वस्तु का नाम पहली बार ही कह देता हो। इस तरह से नहीं, बच्चा हौली हौली बोलना शुरू करता है, मां को भी हम करके बुलाता है, बापू ने भी बा बा कह के बुला देगा। वो लफ्ज बिल्कुल अद्धे नालों भी घट होंगे। पर एक गल बड़ी कमाल की होती है भी मां प्यो जब मां सब तो पहला उस बच्चे की को बोली को समझ लेती है भी बच्चा बोलता है। मैं बेनती करता कि साध संगत सतगुरु महाराज कृपा करनी हुई कि साडा भी सुभाव ऐसा बच्चों वर्गा बन जाए कि पढ़ना शुरू तक करिए, कि कहना शुरू तक करिए भी एक ओंकार सतनाम करता पुरख निर्भव निर्वैर अकाल मूलत अजूनी सैभं गुर प्रसाद। कि जपजी साहिब पढ़ना शुरू तक करिए साध संगत। इतने ते अनपढ़ां नूं भी आ गई जो सतगुरु गुरु हरकृष्ण साहिब महाराज पातशाह जी अपनी छड़ी सीस ते रखते ने भाई छज्जू ते एक पासे पंडित लाल चंद जो शर्तां लाउंदा सी भी गुरु महाराज जी की उम्र ही बड़ी थोड़ी, तो मैं साबित करते हैं कि गुरु महाराज पातशाह जी के अंदर ऐसी ताकत ऐसी रूहानियत नहीं, इन्होंने नाम ही श्री हरकृष्ण साहिब लिखवाया। लैके किनू आया उस छज्जू नूं लैके आया जिहड़ा साध संगत चंगी तरह बोल भी नहीं सकता, सुन भी नहीं सकता, जिहड़ा बचपन तो ही साध संगत अन्ना भी बोला भी है तो गूंगा भी है। जो सतगुरु महाराज जी के सामने लियाण के बिठाया तो सारी संगत ये सोचती होगी कि आज बड़ी बड़ी परीक्षा है, बस साध संगत धन गुरु हरकृष्ण साहिब महाराज बस अपनी कृपा अनायत करते ने, अपनी मिलावट करते ने कि हमें दृष्ट शुभ करे हरै अख पाप सकल मल काम क्रोध अलोभ मोह वस करे सब बल। आज गुरु की कृपा नजरे इनायत हुई ते साध संगत भाई छज्जू फिर फटाफट गीता के श्लोक पढ़ता भी है ते ओदे अर्थ भी करके सुनाता है। ते पंडित लाल चंद के हाथ जोड़ के ते सीस झुक गया गुरु के चरणों में। मैं बेनती करता कि सतगुरु महाराज पातशाह जी का कृपा करके अनपढ़ा को ये तो गूंगियां नूं बोलना सिखा देंगे कि असीं किते पढ़ना शुरू तो करिए। असीं सारी उम्र यही भरम पाल के बैठे रहते हैं, भी डर है कि बाणी गलत ना पढ़ दी, पर जो पढ़ेंगे तो अपने आप सुधारी भी होती जाएगी। गुरु प्यारे, सो मैं बेनती कर रहा कि सतगुरु महाराज पातशाह जी ने धन साहिब श्री गुरु अर्जन देव महाराज जी ने उस वक्त जो सोचा विचारिया धर्म दीयां बुनियादां हन अवतार महान पुरुष उस धर्म का प्रचार करने वाला, दूजा उस धर्म की अपनी बोली लिपि, तीजा उस धर्म का अपना केंद्रीय स्थान को बनाया गुरु अर्जन देव महाराज पातशाह जी ने श्री हरमंदिर साहिब, चौथा उस धर्म का अपना धार्मिक ग्रंथ, ते पंजवा है वक्री पहचान। ते वक्री पहचान उदों मिली जो 1699 में खालसा पंथ की साधना की। गुरु अर्जन देव साहिब महाराज पातशाह जी ने पंथ के वाधे की, पंथ के प्रचार की साध संगत व्योम बनाई। इतिहास के बोल हैं एक दिवस गुर प्राप्त है काल, कृपा भरे प्रभ दीन दयाल, कृपा नाल भरे हुए दीना दे दयाल गुरु अर्जन देव महाराज। जय मन उपजी, मन के अंदर एक बात उपजी, ये बात पैदा हुई ते केड़ी बात कि सतगुरु महाराज पातशाह जी कह लगे कि इस दुनिया के अंदर जेड़ा पंथ का प्रचार हो रहा है, जय मन उपजी प्रगटियो जग पंथ, जग दे विच ये पंथ प्रगट हो चुका है। जेड़ा पंथ गुरु नानक महाराज जी ने मारिया सिक्का जगत विच नानक निर्मल पंथ चलाया। जय मन उपजी प्रगटियो जग पंथ, तेह कारण रचिया अब ग्रंथ।
ਹੁਣ इस पंथ का वाधा तां ही हो सकता है, ਇਹਦਾ प्रचार तां ही बढ़ सकता है जे इस पंथ का अपना ग्रंथ होगा। मैं बुनियादा की गल की कि बुनियादा ते साध संगत ये सब तो पहला कारण गुरु महाराज ने विचारे। दूजा कारण सी कि गुरु महाराज पातशाह जी एक दिन श्री दरबार साहिब सुभाईपान काबुल कंधार संगत आईया ते उन्होंने संगतां ने आके गुरबाणी का कीर्तन किया, जस गाया। डूम जिहड़े सन वो कीर्तन करते सन। उन्होंने जो कीर्तन किया पहला जो शब्द गुरबाणी के पढ़े तो फिर एक शब्द उन्होंने मेहरबान का जो लिखा हुआ वो पढ़ लिया। गुरु पातशाह ने बाबा बुढ़ा साहब को कहा कि जाके कीर्तन रोक दिता जाए, उन्हें समाप्ति करवा दी। समाप्ति करवाई गई। सतगुरु महाराज जी ने बाबा बुढ़ा साहब, भाई गुरदास जी, भाई पिराणा जी, भाई बरागा जी ते भाई जेठा जी ये पांच महान गुरसिखां नूं अपने पास बुलाया। देखो गुरु साहब कलिया फैसला कदी नहीं सन करते। ये पंच प्रवान पंथ प्रधान की मर्यादा ये सतगुरु महाराज पातशाह जी के समय तो रब तक चली आती गुरु घर ते गुरु महाराज पातशाह जी ने विचार की कि बाबा बुढ़ा जी, भाई गुरदास जी जिहड़ा अज शब्द पढ़िया गया वो तुसीं श्रवण कीता। भाई गुरदास जी भी दसदे कि शब्द का श्रवण किया। अखीर दे विच गुरु नानक महाराज जी का नाम भी है। साहब कहते भी जाओ सिख नूं बुलाओ जिहड़ा शब्द पढ़ रहा। देखो कारण की ने गुरु ग्रंथ साहिब महाराज जी के संपादना ते प्रकाश इतिहास साडे वास्ते जानना बड़ी जरूरी है। सतगुरु जी ने उन्होंने सिखा बुलाया कि काबुल तो संगत आई, उन्होंने सिख सी वो कह लगा गुरु महाराज साडे कोल पोथियां ने गुरबाणी दी पोथियां उस वक्त बाणी लिख के ते दूर दराडे सिखां कोल भेजियां जांदियां सन ते उन्हां पोथियां दे विचों ही असीं ये शब्द पढ़े। जदों वो पोथी दे कोई शब्द मिलाए गए गुरु महाराज जी दे दर घर दीयां पोथियां दे नाल ते वो शब्द मिले गए। पता की कारण निकलिया? ये शब्द ये बोल के सन एक मेहरबान पुत्र प्रीति चंद एक अपने वालों ही अपनी रचनावां नूं अखीर दे विच गुरु नानक महाराज पातशाह जी का नाम लिख के ते प्रसारदा पिया कि ये बाणी है। चाहुंदा भी गुरता गद्दी मैनूं प्राप्त हो जाए, बुराई का मालक मैं बन जाऊं। भाई केसर सिंह शिवर जी भी लिखते दिन रात आम करके पढ़ देते जाते, पर ये बाणी के वचन नहीं। कार्ड जो विआह ते छपवाए जाते थे ਉਹਦੇ ਉੱਪਰ एक पंक्ति लिखी होंगी है, सतगुरु दाते काज रचाया अपनी पैज रखाई। इस तरह करके कुछ बोल होंगे ते जदों आपां पढ़दे हां ते ਇਹ ਭੁਲੇਖਾ आम जे पैंदा कि ये बाणी के वचन ने शायद, पर वो बाणी के वचन नहीं। साथ